ਹੈਲੋ ਡੀਅਰ ਸਟੂਡੈਂਟਸ, ਹਾਊ ਆਰ ਯੂ ਆਲ। 7ਵੀਂ ਕਲਾਸ ਦੇ ਸਾਇੰਸ ਵਿਸ਼ੇ ਨਾਲ ਸੰਬੰਧਿਤ ਸੈਸ਼ਨ ਵਿੱਚ ਸਾਰਿਆਂ ਦਾ ਸਵਾਗਤ ਹੈ। ਬੱਚੋ, ਸਾਇੰਸ ਓਲੰਪੀਆਡ ਪੇਪਰ ਤੁਹਾਡਾ ਹੋਇਆ ਸੀ, ਇਸ ਦੇ ਆਨਸਰ ਕੀ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਹੈ। ਇਸ ਵਿੱਚ ਪਹਿਲਾ ਕੁਐਸਚਨ ਜਿਹੜਾ ਸੀ, ਸਹਿਜੀਵੀ ਸੰਬੰਧ ਵਿੱਚੋਂ ਲਾਈਕਨ ਬਣਾਉਂਦਾ ਹੈ, ਯਾਦ ਰੱਖਣਾ ਹੈ, ਠੀਕ ਹੈ। ਸਿੰਬਾਇਓਟਿਕ ਐਸੋਸੀਏਸ਼ਨ ਹੁੰਦੀ ਹੈ। ਉਸ ਤੋਂ ਬਾਅਦ ਨੈਕਸਟ ਕੁਐਸਚਨ ਸੀਗਾ, ਰਸਾਇਣਿਕ ਕਿਰਿਆ ਇਹਨਾਂ ਦੇ ਵਿੱਚੋਂ ਕਿਹੜੀ ਹੈ। ਬੱਚੋ, ਇਹਨਾਂ ਦੇ ਵਿੱਚ ਜੰਗ ਦਾ ਲੱਗਣਾ ਇੱਕ ਰਸਾਇਣਿਕ ਕਿਰਿਆ ਹੈ। ਟਿਊਬਲਾਈਟ ਦੀਆਂ ਕੰਧਾਂ ਤੇ ਕਾਲੀ ਪਰਤ ਦਾ ਗਠਨ ਜਿਹੜਾ ਹੈ, ਪਰਤ ਦਾ ਗਠਨ, ਇਹ ਬੱਚੋ ਰਸਾਇਣਿਕ ਕਿਰਿਆ ਨਹੀਂ ਹੈ। ਇਹ ਕੀ ਹੁੰਦੀ ਹੈ, ਇਹ ਇਲੈਕਟ੍ਰੋਨ ਦੀ ਐਮਿਸ਼ਨ ਹੁੰਦੀ ਹੈ, ਉਹਦੇ ਕਰਕੇ ਕਈ ਵੇਲੇ ਜਿਹੜੀ ਆ ਬਲੈਕ ਮਾਸ ਉੱਤੇ ਜੰਮ ਜਾਂਦਾ ਹੈ। ਅਗਲਾ ਹੈ, ਹੇਠ ਦਿੱਤੇ ਕਥਨਾਂ ਨੂੰ ਪੜ੍ਹੋ ਤੇ ਸਹੀ ਕਥਨ ਦੀ ਚੋਣ ਕਰੋ। ਤੋ ਬੱਚਿਓ, ਚਾਲਨ ਦਾ ਤਾਂ ਹੀ ਹੋ ਸਕਦਾ ਹੈ ਜੇ ਵਸਤੂਆਂ ਆਪਸ ਵਿੱਚ ਸੰਪਰਕ ਵਿੱਚ ਹੋਣ, ਬਿਲਕੁਲ ਸਹੀ ਹੈ। ਚਾਲਨ ਤਾਂ ਹੀ ਹੋ ਸਕਦਾ ਹੈ ਜੇਕਰ ਤਾਪਮਾਨ ਵੱਖਰਾ ਵੱਖਰਾ ਹੋਵੇ, ਠੀਕ ਹੈ, ਇੱਕੋ ਜਿਹਾ ਨਾ ਹੋਵੇ। ਤਾਂ ਬੱਚੋ ਦੋਨੋਂ ਕਥਨ ਇਹ ਸਹੀ ਹਨ। ਅਗਲਾ, ਧਮਨੀਆਂ ਮੋਟੀਆਂ ਹੁੰਦੀਆਂ ਹਨ, ਯਾਨੀ ਕਿ ਧਮਨੀਆਂ ਦਾ ਮਤਲਬ ਹੈ ਜਿਹੜੀਆਂ ਆਰਟਰੀਜ਼ ਆ ਉਹ ਥਿੱਕ ਹੁੰਦੀਆਂ ਨੇ। ਉਹਦਾ ਕਾਰਨ ਕੀ ਹੈ ਜੀ, ਇਹ ਆਕਸੀਜਨੇਟਡ ਯਾਨੀ ਕਿ ਆਕਸੀਜਨ ਨਾਲ ਭਰਪੂਰ ਬਲੱਡ ਨੂੰ ਸਾਰੇ ਹਿੱਸਿਆਂ ਤੱਕ ਲੈ ਕੇ ਜਾਂਦੀਆਂ ਹਨ, ਠੀਕ ਹੈ ਜੀ। ਉਸ ਤੋਂ ਬਾਅਦ ਹੈ, ਫਿਨੋਪਥਲੀਨ ਇੱਕ ਸੂਚਕ ਹੈ ਤੇ ਤੇਜ਼ਾਬੀ ਅਤੇ ਖਾਰੀ ਦੇ ਘੋਲਾਂ ਵਿੱਚ ਇਸਦਾ ਰੰਗ, ਦੇਖੋ ਤੇਜ਼ਾਬ 'ਚ ਫਿਨੋਪਥਲੀਨ ਰੰਗਹੀਨ ਹੁੰਦਾ ਹੈ ਅਤੇ ਖਾਰ ਦੇ ਵਿੱਚ ਗੁਲਾਬੀ ਹੋ ਜਾਂਦਾ ਹੈ। ਚੌਥੀ ਆਪਸ਼ਨ, ਇੱਕ ਖਾਸ ਬ੍ਰਾਂਡ ਦਾ ਦਾਵਾ ਹੈ ਕਿ ਉਹਨਾਂ ਦੀ ਕਾਰ ਦੀ ਚਾਲ ਸਭ ਤੋਂ ਜ਼ਿਆਦਾ ਹੈ, ਠੀਕ ਹੈ। ਤੇ ਇਹਦਾ ਮਤਲਬ ਇਹ ਹੈ ਕਿ ਉਹ ਬਾਕੀਆਂ ਦੇ ਮੁਕਾਬਲੇ ਵਿੱਚੋਂ ਜਿਹੜੀ ਘੱਟ ਸਮੇਂ ਦੇ ਵਿੱਚ ਜ਼ਿਆਦਾ ਦੂਰੀ ਤੈਅ ਕਰੇਗੀ। ਉਸ ਤੋਂ ਬਾਅਦ ਹੋਰ ਕਾਰਾਂ ਦੇ ਮੁਕਾਬਲੇ ਨਿਸ਼ਚਿਤ ਸਮੇਂ ਦੇ ਵਿੱਚ ਜ਼ਿਆਦਾ ਦੂਰੀ ਤੈਅ ਕਰੇਗੀ। ਇੱਕ ਇਹ ਹੈ ਕਿ ਦੂਰੀ ਪੂਰੀ ਕਰਨ ਲਈ ਘੱਟ ਸਮਾਂ ਲਏਗੀ। ਤੇ ਦੋਨੇ ਹੀ ਆਪਸ਼ਨ ਜਿਹੜੀਆਂ ਨੇ ਉਹ ਇਨਡਾਇਰੈਕਟ ਵੇ ਨਾਲ ਦਿੱਤੀਆਂ ਨੇ। ਤਾਂ ਚੌਥਾ ਆਨਸਰ ਇਹਦਾ ਆਉਣਾ ਸੀ। ਰਮਨ ਨੇ ਵੇਖਿਆ ਕਿ ਸਾਫ਼ ਪਾਣੀ ਦਾ ਇੱਕ ਛੱਪੜ ਵਿੱਚ ਇੱਕ ਹਫ਼ਤੇ ਦੇ ਅੰਦਰ ਕਾਈ ਨਾਲ ਢੱਕਿਆ ਹੋਇਆ ਹੈ। ਪ੍ਰਜਨਨ ਦੀ ਕਿਹੜੀ ਵਿਧੀ ਹੈ ਬੱਚੋ, ਕਿਹੜੀ ਵਿਧੀ ਰਾਹੀਂ ਜਿਹੜੀਆਂ ਨੇ ਇਹ ਕਰਦੀਆਂ ਨੇ। ਇਹਦਾ ਆਨਸਰ ਬੱਚੋ ਫਰੈਗਮੈਂਟੇਸ਼ਨ ਯਾਨੀ ਕਿ ਵਿਖੰਡਨ ਵਿਧੀ ਆਉਣਾ ਸੀ, ਠੀਕ ਹੈ। ਕੀ ਆਉਣਾ ਸੀ? ਵਿਖੰਡਨ ਵਿਧੀ। ਅਗਲਾ, ਹੇਠਾਂ ਦਿੱਤੇ ਗ੍ਰਾਫ ਕੀ ਦਰਸਾਉਂਦਾ ਹੈ ਬੱਚੋ? ਇਹ ਇੱਕ ਵਿਰਾਮ ਅਵਸਥਾ ਦਰਸਾਉਂਦਾ ਹੈ। ਕੀ ਦਰਸਾਉਂਦਾ ਹੈ ਜੀ? ਵਿਰਾਮ ਅਵਸਥਾ। ਕਿਉਂਕਿ ਜਿਹੜੀ ਵਸਤੂ ਇੱਕ ਆ ਪੋਜੀਸ਼ਨ ਤੇ ਸਪੈਸੀਫਿਕ ਪਈ ਹੈ, ਉਨੇ ਸਮੇਂ ਦੇ ਵਿੱਚ ਉਹ ਉੱਥੋਂ ਹਿੱਲੀ ਨਹੀਂ ਹੈ, ਠੀਕ ਹੈ। ਉਸ ਤੋਂ ਬਾਅਦ ਵਿਦਿਆਰਥੀਓ, ਇੱਕ ਗੋਲਾਕਾਰ ਦਰਪਣ ਜਿਸ ਦੀ ਬਾਹਰਲੀ ਸਤ੍ਹਾ ਪਰਾਵਰਤਕ ਹੁੰਦੀ ਹੈ, ਯਾਨੀ ਕਿ ਬਾਹਰੀ ਸਤ੍ਹਾ ਜਿਹੜੀ ਹੈ ਉਹ ਪਰਾਵਰਤਕ ਹੋਵੇ, ਠੀਕ ਹੈ। ਬਾਹਰੀ ਗੋਲਾਕਾਰ ਦਰਪਣ ਹੈ, ਬਾਹਰਲੀ ਸਤ੍ਹਾ ਇਹ ਪਰਾਵਰਤਕ ਹੈ। ਬਾਕੀ ਇਹ ਜਿਹੜਾ ਹੈ ਇਹਨੂੰ ਪੋਲਿਸ਼ ਕਰ ਦਿੱਤਾ ਹੈ। ਇਸਨੂੰ ਉੱਤਲ ਦਰਪਣ ਯਾਨੀ ਕਿ ਕਨਵੈਕਸ ਮਿਰਰ ਆਖਾਂਗੇ, ਠੀਕ ਹੈ। ਨੈਕਸਟ ਕੁਐਸਚਨ ਹੈਗਾ ਕਿ ਕੱਡ ਖਾਣ ਵਾਲੇ ਜਾਨਵਰਾਂ ਦੇ ਰਿਊਮੀਨੈਂਟ ਵਿੱਚ ਕੀ ਹੁੰਦਾ ਹੈ? ਨਿਗਲ ਭੋਜਨ ਨਿਗਲ ਲੈਂਦੇ ਆ ਤੇ ਉਹ ਅਣਅੰਚਕ ਭੋਜਨ ਨੂੰ ਅੰਸ਼ਕ ਤੌਰ ਤੇ ਹਜਮ ਕੀਤਾ ਗਿਆ ਭੋਜਨ ਜਿਹੜਾ ਹੈ ਨਿਗਲਿਆ ਭੋਜਨ, ਇਹ ਵਿੱਚੋਂ ਇਹਦਾ ਬੀ ਆਪਸ਼ਨ ਜਿਹੜਾ ਰਾਈਟ ਆਨਸਰ ਹੋਵੇਗਾ। ਅਗਲਾ ਵਿੱਚੋਂ ਪੁੱਛਿਆ ਗਿਆ ਹੈ ਕਿ ਪਾਣੀ ਨਾਲ ਹੋਣ ਵਾਲਾ ਰੋਗ ਕਿਹੜਾ ਨਹੀਂ ਹੈ ਵਿੱਚੋਂ? ਦਮਾ ਆਉਣਾ ਸੀ, ਜਾਂ ਪੇਚਸ, ਟਾਈਫਾਈਡ ਤੇ ਹੈਜਾ, ਯਾਨੀ ਕਿ ਕੋਲਰਾ, ਟਾਈਫਾਈਡ ਤੇ ਡਿਸਟੈਂਟਰੀ ਯਾਨੀ ਕਿ ਪੇਚਸ, ਠੀਕ ਹੈ। ਇਹ ਜਿਹੜੇ ਨੇ ਪਾਣੀ ਨਾਲ ਹੋਣ ਵਾਲੇ ਡਿਜ਼ੀਜ਼ ਨੇ, ਯਾਨੀ ਕਿ ਵਾਟਰ ਬੋਰਨ ਡਿਜ਼ੀਜ਼ ਨੇ। ਅਗਲਾ ਹੈ, ਜੜ੍ਹਾਂ ਪੌਦਿਆਂ ਲਈ ਮਿੱਟੀ ਤੋਂ ਪਾਣੀ ਅਤੇ ਖਣਿਜ ਸੋਖਦੀਆਂ ਹਨ, ਉਹ ਬੱਚੋ ਕਿਹੜੇ ਟਿਸ਼ੂਆਂ ਰਾਹੀਂ ਹੁੰਦਾ ਹੈ? ਪ੍ਰਕਾਸ਼ ਸੰਸਲੇਸ਼ਣ ਲਈ ਪਾਣੀ ਅਤੇ ਖਣਿਜਾਂ ਨੂੰ ਪੱਤਿਆਂ ਤੱਕ ਡੈਸ਼ ਰਾਹੀਂ ਪਹੁੰਚਦੇ ਹਨ। ਤੋਂ ਬੱਚੋ ਇਹਦੇ ਲਈ ਜ਼ਾਈਲਮ ਟਿਸ਼ੂ ਜਿਹੜੇ ਨੇ ਕੰਮ ਕਰਦੇ ਨੇ। ਇਹਦਾ ਆਨਸਰ ਮੋਸਟ ਪ੍ਰੋਬਬਲੀ ਵਿੱਚੋਂ 3% ਆਉਣਾ ਹੈ। ਅਗਲਾ ਕੁਐਸਚਨ 14ਵਾਂ, ਸੂਰਜ ਸਾਰੇ ਜੀਵਾਂ ਲਈ ਊਰਜਾ ਦਾ ਮੁੱਖ ਸਰੋਤ ਹੈ। ਪੌਦੇ ਵੀ ਜ਼ਰੂਰੀ ਪ੍ਰਕਾਸ਼ ਸੰਸਲੇਸ਼ਣ ਵਿਧੀ ਰਾਹੀਂ ਪ੍ਰਕਿਰਿਆ ਦੌਰਾਨ ਇਹਨਾਂ ਵਿੱਚੋਂ ਕਿਸ ਦਾ ਉਤਪਾਦਨ ਕਰਦੇ ਹਨ? ਬੱਚੋ, ਆਕਸੀਜਨ ਦਾ ਉਤਪਾਦਨ ਕਰਦੇ ਹਨ, ਜੋ ਸਾਡੇ ਲਈ ਜ਼ਰੂਰੀ ਹੈ, ਠੀਕ ਹੈ। ਅੱਗੇ ਹੈ, ਕੁਝ ਪੌਦੇ ਅਤੇ ਜਾਨਵਰ ਆਪਣੇ ਭੋਜਨ ਪੋਸ਼ਣ ਲਈ ਦੂਜਿਆਂ ਤੇ ਨਿਰਭਰ ਕਰਦੇ ਹਨ, ਉਹਨਾਂ ਨੂੰ ਪਰਪੋਸ਼ੀ ਕਿਹਾ ਜਾਂਦਾ ਹੈ, ਠੀਕ ਹੈ। ਪਰਪੋਸ਼ੀ ਤੋਂ ਭਾਵ ਹੁੰਦਾ ਹੈ, ਪਰਪੋਸ਼ੀ ਮਤਲਬ ਹੈਟਰੋਟ੍ਰੋਪਸ, ਠੀਕ ਹੈ। तो प्लांट्स लाइक डैश आर पैरासिटिक यानी कि परजीवी, ठीक है, परजीवी ਹਨ ਤੇ ਮੇਜ਼ਬਾਨ ਪੌਦੇ ਤੋਂ ਭੋਜਨ ਲੈਂਦੇ ਹਨ। ਇਹਦੇ ਵਿੱਚੋਂ ਉਦਾਹਰਨ ਜਿਹੜੀ ਹੈ ਕਸਕਟਾ ਯਾਨੀ ਕਿ ਅਮਰ ਵੇਲ ਆਏਗੀ। ਘੜਾ ਬੂਟੀ ਜਿਹੜੀ ਹੈ ਇਹ ਵਿੱਚੋਂ ਯਾਨੀ ਕਿ ਇਨਸੈਕਟੀਵੋਰਸ ਕਹਿ ਸਕਦੇ ਆਪਾਂ, ਠੀਕ ਹੈ। ਇਨਸੈਕਟ ਨੂੰ ਟਰੈਪ ਕਰਕੇ ਉਹਨਾਂ ਨੂੰ ਖਾਂਦੇ ਹਨ, ਠੀਕ ਹੈ। ਉਸ ਤੋਂ ਬਾਅਦ ਖਾਰੀ ਮਿੱਟੀ ਵਿੱਚ ਪੌਦੇ ਚੰਗੀ ਤਰ੍ਹਾਂ ਨਹੀਂ ਵੱਧਦੇ। ਮਿੱਟੀ ਦੀ ਗੁਣਵੱਤਾ ਨੂੰ ਸੁਧਾਰਨ ਲਈ ਮਿੱਟੀ ਵਿੱਚ ਕੀ ਮਿਲਾਇਆ ਜਾਣਾ ਚਾਹੀਦਾ ਹੈ? ਬੱਚੋ, ਜੈਵਿਕ ਪਦਾਰਥ ਮਿਲਾਏ ਜਾਣੇ ਚਾਹੀਦੇ ਹਨ, ਠੀਕ ਹੈ। ਉਸ ਤੋਂ ਬਾਅਦ ਨੈਕਸਟ ਹੈ, ਕੀ ਦਰਸਾਇਆ ਗਿਆ ਹੈ ਵਿੱਚੋਂ? ਟਰੈਕੀਆ ਹੈ, ਓਕੇ, ਕਾਕਰੋਚ ਦੇ ਪਾਰਟ ਹਨ। ਉਸ ਤੋਂ ਬਾਅਦ ਨੈਕਸਟ ਹੈਗਾ, ਡੈਸ਼ ਤੇ ਡੈਸ਼ ਵਿਚਕਾਰਲੇ ਕੋਣ। ਦੇਖੋ ਇਹ ਬੱਚੋ ਕੁਐਸਚਨ ਦਾ ਆਨਸਰ ਕੀ ਆਉਣਾ? ਅਭਿਲੰਬ ਔਰ ਪਰਾਵਰਤਿਤ ਕਿਰਨ ਦੇ ਵਿਚਕਾਰ ਦਾ ਕੋਣ ਜਿਹੜਾ ਹੈ ਉਹ ਵਿੱਚੋਂ ਕੀ ਹੋਏਗਾ? ਉਹ ਪਰਾਵਰਤਿਤ ਕੋਣ ਹੋਏਗਾ, ਠੀਕ ਹੈ। ਉਹਨੂੰ ਪਰਾਵਰਤਨ ਕੋਣ ਆਪਾਂ ਆਖਾਂਗੇ। ਤਸਵੀਰ ਵਿੱਚ ਦਰਸਾਇਆ ਗਿਆ ਹੈ ਬੱਚਾ ਜਿਹੜਾ A ਤੋਂ ਜਿਹੜਾ B ਦਾ ਪ੍ਰਤੀਬਿੰਬ ਉਹ ਕਿੰਨੀ ਦੂਰੀ ਤੇ ਹੈ। ਦੇਖੋ ਇਹਨੂੰ ਕਰਨ ਲਈ ਕੀ ਕਰਾਂਗੇ? ਦੇਖੋ A ਦਾ ਪ੍ਰਤੀਬਿੰਬ ਬੱਚੋ 2 ਮੀਟਰ ਤੇ ਬਣਨਾ ਹੈ ਤੇ B ਦਾ ਪ੍ਰਤੀਬਿੰਬ ਇੱਥੇ 7 ਮੀਟਰ ਤੇ ਬਣਨਾ ਹੈ, ਓਕੇ। ਤੋ ਇਹ ਵਿੱਚੋਂ 7 ਜਮਾ 2 ਆ ਤੁਸੀਂ ਲੈਣਾ ਸੀ, 7 ਜਮਾ 2 ਯਾਨੀ ਕਿ A ਤੋਂ B ਦੀ ਜਿਹੜੀ ਦੂਰੀ ਆਪਾਂ ਦੇਖਣੀ ਹੈ ਤਾਂ 9 ਮੀਟਰ ਬਣੇਗੀ।
ਅਗਲਾ ਕੁਐਸਚਨ ਹੈ ਹੇਠਾਂ ਦਰਸਾਏ ਗਏ ਚਿੱਤਰ ਦੇ ਵਾਕ ਨੂੰ ਪੂਰਾ ਕਰੋ। ਤਾਂ ਬੱਚੋ ਸਾਹ ਲੈਣਾ ਤੇ ਸਾਹ ਛੱਡਣਾ ਵਿਧੀ ਹੈ ਇਹ। ਓਕੇ, ਅੱਗੇ ਪੌਸ਼ਟਿਕਤਾ ਦਾ ਢੰਗ ਅਤੇ ਪੌਦਿਆਂ ਦੀ ਉਦਾਹਰਣ ਅਨੁਸਾਰ ਹੇਠ ਲਿਖਿਆ ਵਿੱਚੋਂ ਕਿਹੜੀ ਜੋੜੀ ਗਲਤ ਵਿਕਰੀਗਤ ਹੈ। ਤੋ ਵਿੱਚੋਂ ਇਹਦੇ ਵਿੱਚ ਮ੍ਰਿਤਹਾਰੀ ਐਲਗੀ ਜਿਹੜੀ ਹੈ ਇਹ ਮੋਸਟ ਪ੍ਰੋਬਬਲੀ ਇਹ ਆਂਸਰ ਆਉਣਾ ਹੈ। ਕਾਰਨ ਕੀ ਹੈਗਾ, ਗਲਤ ਹੈ, ਠੀਕ ਹੈ। ਸਵੈਪੋਸ਼ੀ ਜਿਹੜੇ ਰੇਗਿਸਤਾਨ ਦੇ ਵਿੱਚ ਹੁੰਦੇ ਨੇ ਪੌਦੇ, ਨਾਈਟ ਵੇਲੇ ਉਹ ਕਾਰਬਨ ਡਾਈਆਕਸਾਈਡ ਲੈ ਲੈਂਦੇ ਆ ਤੇ ਦਿਨ ਵੇਲੇ ਉਹ ਪ੍ਰਕਾਸ਼ ਸੰਸਲੇਸ਼ਨ ਕਰਦੇ ਆ, ਤਾਂ ਸਵੈਪੋਸ਼ੀ ਹੋ ਗਏ। ਪਰਪੋਸ਼ੀ ਜਿਹੜੇ ਆ ਜਿੱਦਾਂ ਅਮਰਵੇਲ ਹੈ ਪਰਪੋਸ਼ੀ ਹੈ। ਤੇ ਮ੍ਰਿਤਹਾਰੀ ਕੁਝ ਐਲਗੀਜ਼ ਮ੍ਰਿਤਹਾਰੀ ਹੁੰਦੀਆਂ ਨੇ, ਪਰ ਜ਼ਿਆਦਾਤਰ ਇਹ ਜਿਹੜੇ ਨੇ ਆਟੋਟ੍ਰੋਪਿਕ ਐਲਗੀਜ਼ ਹੁੰਦੀਆਂ ਨੇ, ਠੀਕ ਹੈ, ਹਰੇ ਰੰਗ ਦੀਆਂ। ਅਗਲਾ ਹੈ ਇਹਨਾਂ ਵਿੱਚੋਂ ਕਿਹੜਾ ਜੋੜਾ ਗਲਤ ਹੈ। तो बच्चों एस्टिक एसिड सिरका बिल्कुल सही है, सिट्रिक एसिड संतरा बिल्कुल सही है, फार्मिक एसिड पालक ये गलत है बच्चों। ਇਹ ऑक्सैलिक एसिड ਹੁੰਦਾ ਹੈ ਤੇ ऑक्सैलिक एसिड ਕੀੜੀ ਦੇ ਟੰਗ ਵਿੱਚ, ਇਹ 'ਚ फार्मिक एसिड ਹੁੰਦਾ ਹੈ। ਇਹ ਬੱਚੋਂ ਇੰਟਰਚੇਂਜ ਹੋ ਗਿਆ, ਇਹਦਾ ਮਤਲਬ ਆਂਸਰ ਈਡੀ ਤੇ ਸੱਸਾ ਯਾਨੀ ਕਿ ਚੌਥੀ ਆਪਸ਼ਨ ਇੱਥੇ ਆਣੀ ਸੀ। ਅਗਲਾ ਹੈ ਇੱਕ ਪੈਦਲ ਤੁਰਨ ਵਾਲਾ ਵਿਅਕਤੀ ਕਿੰਨੀ ਡਿਸਟੈਂਸ, ਇੱਥੇ ਬੱਚੋਂ ਤੁਹਾਨੂੰ ਡਿਸਟੈਂਸ ਪੁੱਛਿਆ ਹੈ ਨਾ ਕਿ ਡਿਸਪਲੇਸਮੈਂਟ, ਠੀਕ ਹੈ। ਡਿਸਟੈਂਸ ਕਿੰਨੀ ਡਿਸਟੈਂਸ ਉਹ ਕਵਰ ਕਰ ਰਿਹਾ ਹੈ, डिस्टेंस ट्रैवल कितनी दूरी तय करता। देखो हुण करन दा तरीका की है, 0 तो पहला B तक गया 60, उस तो बाद B तो यानी कि 60 तो B तक गया 40, फिर 40 D तक, फिर उस तो बाद ये B हो गया, तो ये टोटल 160 मीटर बन गया। उस ਸਥਾਨ ਦਾ ਮੌਸਮ ਕਿਹੋ ਜਿਹਾ ਹੋਵੇਗਾ ਜਿੱਥੇ ਸਾਰਾ ਸਾਲ ਬਹੁਤ ਘੱਟ ਬਾਰਿਸ਼ ਅਤੇ ਉੱਚ ਤਾਪਮਾਨ ਹੁੰਦਾ ਹੈ। ਬੱਚੋ ਉੱਥੇ ਗਰਮ ਅਤੇ ਖੁਸ਼ਕ ਮੌਸਮ ਜਿਹੜਾ ਹੈ ਉਹ ਹੋਣਾ ਚਾਹੀਦਾ ਹੈ। ਅਗਲਾ ਹੈ ਸਹੀ ਕਥਨ ਚੁਣੋ। ਮਿੱਟੀ ਉਪਜਾਊ ਸ਼ਕਤੀ ਵਧਾਉਣ ਲਈ ਰੂੜੀ ਖਾਦਾਂ ਤੇ ਰਸਾਇਣਿਕ ਖਾਦਾਂ ਨਹੀਂ ਮਿਲਾਈਆਂ ਜਾਂਦੀਆਂ। ਬੱਚੋ ਬਿਲਕੁਲ ਗਲਤ ਹੈ, ਠੀਕ ਹੈ, ਕਿਉਂਕਿ ਅਸੀਂ ਮਿਲਾਉਂਦੇ ਹਾਂ, ਠੀਕ ਹੈ। तो ਇਹਦਾ ਮਤਲਬ ਇਹ ਗਲਤ ਹੋ ਗਿਆ। ਸੂਰਜ ਸਾਰੇ ਜੀਵਾਂ ਲਈ ਊਰਜਾ ਦਾ ਸਰੋਤ ਹੈ, ਬਿਲਕੁਲ ਸਹੀ ਹੈ। तो ਇੱਥੇ ਕਥਨ ਦੂਸਰਾ ਸਹੀ ਹੈ। ਅਗਲਾ ਹੈ ਬੱਚੋ ਸਰਕਟ ਵਿੱਚ ਅਸੀਂ MCB ਲਗਾਉਂਦੇ ਹਾਂ। ਨੈਕਸਟ, ਇੱਕ ਖੁੱਲੀ ਕਾਰ ਵਿੱਚ ਬੈਠਾ ਵਿਅਕਤੀ। ਦੇਖੋ ਬੱਚੋ ਇਹ ਖੁੱਲੀ ਕਾਰ ਦੇ ਵਿੱਚ ਕੋਈ ਵਿਅਕਤੀ ਬੈਠਾ ਹੈ, ਉਹਨੂੰ ਕੋਈ ਬਾਲ ਨੂੰ ਏਦਾਂ ਉੱਪਰ ਨੂੰ ਥਰੋ ਕੀਤਾ ਹੈ, ਹੁਣ ਕਾਰ ਮੂਵ ਕਰ ਰਹੀ ਹੈ, ਠੀਕ ਹੈ। ਤਾਂ ਉਹ ਜਿਹੜੀ ਬਾਲ ਆ ਉਹ ਵੀ ਮੋਮੈਂਟਮ ਦੇ ਨਾਲ, ਜੇਕਰ ਹੋਰ ਕੋਈ ਫੋਰਸ ਉੱਥੇ ਰੈਜ਼ਿਸਟੈਂਸ ਵਗੈਰਾ ਨਹੀਂ ਹੈਗੀ ਤਾਂ ਕਾਰ ਵੀ ਉਹਦੇ ਜਿਹੜੀ ਬਾਲ ਹੈਗੀ ਆ ਉਹ ਬਾਲ ਉਹ ਕਾਰ ਦੇ ਵਿੱਚ ਹੀ ਬੰਦੇ ਦੇ ਖੜੇ ਦੇ ਜਿਹੜੀ ਹੈ ਹੱਥਾਂ ਦੇ ਵਿੱਚ ਆਏਗੀ। ਤਾਂ ਇਹਦਾ ਆਂਸਰ ਜਿਹੜਾ ਹੈ ਉਹ ਇੱਕ ਆਪਸ਼ਨ ਆਣੀ ਸੀ। ਖਮੀਰ ਬੱਚੋ ਇੱਥੇ ਕਲੀਆਂ ਰਾਹੀਂ ਜਿਹੜਾ ਹੈ ਯਾਨੀ ਕਿ ਬਰਡਿੰਗ ਵਿਧੀ ਰਾਹੀਂ ਬੱਚੋ ਰੀਪਰੋਡਿਊਸ ਕਰਦਾ ਹੈ। ਓਕੇ, ਇਹ ਚਿੱਤਰ ਜਿਹੜਾ ਦਰਸਾਇਆ ਗਿਆ ਹੈ। ਸੈਰੀਕਲਚਰ ਕੀ ਹੁੰਦਾ, ਰੇਸ਼ਮ ਤੋਂ ਕੀੜੇ ਦਾ ਪਾਲਣ ਪੋਸ਼ਣ, ਠੀਕ ਹੈ। ਇਹਨਾਂ ਵਿੱਚੋਂ ਕਿਹੜਾ ਰਸਾਇਣਿਕ ਪਰਿਵਰਤਨ ਨਹੀਂ ਹੈ ਬੱਚੋ, ਫਲਾਂ ਦਾ ਕੱਟਣਾ ਰਸਾਇਣਿਕ ਪਰਿਵਰਤਨ ਹੈ, ਸੌਰੀ। तो ਇਹ ਹੈ ਸਬਜ਼ੀਆਂ ਦਾ ਪੱਕਣਾ, ਠੀਕ ਹੈ। ਰਸਾਇਣਿਕ ਪਰਿਵਰਤਨ यानी कि कुकिंग ऑफ वेजिटेबल, दिस इज दी एग्जाम्पल ऑफ रासायनिक परिवर्तन, मतलब कि केमिकल चेंज है, ठीक है। तो दिस इज ऑल अबाउट जो आंसर की ऑफ साइंस पेपर, ठीक है, साइंस ओलंपियाड पेपर फॉर दी क्लास 7। अपने अपने आंसर ਤੁਸੀਂ ਚੈੱਕ ਕਰ ਲਓ ਤੇ ਕਮੈਂਟ ਬਾਕਸ ਜ਼ਰੂਰ ਲਿਖਿਓ ਸਾਡੇ ਕਿੰਨੇ ਨੰਬਰ ਬਣਦੇ ਨੇ। ਥੈਂਕ ਯੂ ਵੈਰੀ ਮਚ।